Hello everybody, myself Assistant Professor Harpreet Kaur from Krishna College of Higher Education, Alli Bullada. Welcome back to Computer Network course, and our today's topic is congestion control algorithms. First of all, I'll tell you that what is congestion. After that, I'll tell you about the congestion control algorithms, that is leaky bucket algorithm and token bucket algorithm. So what is congestion? It may occur if the load on the network is greater than the capacity of the network. It occurs due to the queue in the routers and switches. If we talk about the congestion, ਤਾਂ congestion ਕਿਸ ਨੂੰ ਕਹਿੰਦੇ ਨੇ? ਕਹਿੰਦੇ ਜਦੋਂ ਇੱਕ ਨੈਟਵਰਕ ਦੇ ਉੱਤੇ ਆਪਾਂ ਕੁਝ ਪੈਕੇਟਸ ਸੈਂਡ ਕਰਨੇ ਸ਼ੁਰੂ ਕਰ ਦਿੰਦੇ ਹੈਗੇ ਆ, ਜਦੋਂ ਉਹ ਪੈਕੇਟਸ 1 ਬਾਏ 1 ਸੈਂਡ ਕੀਤੇ ਜਾਂਦੇ ਨੇ, ਮੰਨ ਲਓ ਇੱਕ ਸੈਂਡਰ ਸਾਈਡ ਹੈ, ਇੱਕ ਰਿਸੀਵਰ ਸਾਈਡ ਹੈ। ਸੈਂਡਰ ਸਾਈਡ ਜਿਹੜੀ ਹੈਗੀ ਹੈ ਉਹ ਪੈਕੇਟ ਸੈਂਡ ਕਰਨੇ ਸ਼ੁਰੂ ਕਰ ਰਹੀ ਹੈ, ਅਤੇ ਰਿਸੀਵਰ ਸਾਈਡ ਉਹਨਾਂ ਪੈਕੇਟਸ ਨੂੰ ਕੀ ਕਰ ਰਹੀ ਹੈਗੀ ਹੈ, ਰਿਸੀਵ ਕਰ ਰਹੀ ਹੈਗੀ ਹੈ। ਤਾਂ ਕੀ ਹੁੰਦਾ ਹੈਗਾ ਕਿ ਜਿਹੜਾ ਹੈਗਾ ਪੈਕੇਟ ਉਹ ਈਜ਼ੀਲੀ 1 ਪੁਆਇੰਟ ਟੂ ਅਨਦਰ ਪੁਆਇੰਟ ਚਲੇ ਜਾਂਦੇ ਹੈਗੇ ਨੇ। ਬਟ ਅਗਰ ਜਦੋਂ ਜਿਹੜੇ ਪੈਕੇਟਸ ਹੈ ਉਹ ਸੈਂਡਰ ਸਾਈਡ ਤੋਂ ਜ਼ਿਆਦਾ ਸੈਂਡ ਹੋਣੇ ਸ਼ੁਰੂ ਹੋ ਜਾਣ, ਟਰੈਫਿਕ ਕ੍ਰੀਏਟ ਹੋ ਜੇ, ਇਕੱਠੇ ਹੋਣੇ ਸ਼ੁਰੂ ਹੋ ਜਾਣ, ਤਾਂ ਉੱਥੇ ਕੰਜੈਸ਼ਨ ਦੀ ਪ੍ਰੋਬਲਮ ਖੜੀ ਹੋ ਜਾਂਦੀ ਹੈਗੀ ਹੈ। ਮਤਲਬ ਜਦੋਂ ਆਪਾਂ ਕਹਿ ਸਕਦੇ ਕਿ ਬਹੁਤ ਸਾਰੀ ਟਰੈਫਿਕ ਹੋ ਜੇ ਪੈਕੇਟਸ ਦੀ, ਤਾਂ ਮਤਲਬ ਪੈਕੇਟਸ ਅੱਗੇ ਜਾ ਨਹੀਂ ਰਹੇ ਹੈਗੇ, ਪੈਕੇਟ ਡਿਸਕਾਰਡ ਵੀ ਹੋ ਰਹੇ ਹੈਗੇ ਨੇ ਵਿੱਚ, ਤਾਂ ਉਹਦੇ ਨਾਲ ਕੀ ਹੋ ਰਿਹਾ ਹੈਗਾ ਵੀ ਸਾਡਾ ਡਾਟਾ ਜਿਹੜਾ ਹੈਗਾ ਲੋਸਟ ਹੋ ਰਿਹਾ, ਸਾਡੇ ਪੈਕੇਟਸ ਜਿਹੜੇ ਹੈਗੇ ਨੇ ਲੋਸਟ ਹੋਣੇ ਸ਼ੁਰੂ ਹੋ ਜਾਂਦੇ ਨੇ, ਤਾਂ ਉੱਥੇ ਕੰਜੈਸ਼ਨ ਦੀ ਪ੍ਰੋਬਲਮ ਜੋ ਹੈ ਖੜੀ ਹੁੰਦੀ ਹੈਗੀ ਹੈ। ਸੋ ਹੁਣ ਆਪਾਂ ਗੱਲ ਕਰਾਂਗੇ ਕੰਜੈਸ਼ਨ ਕੰਟਰੋਲ ਐਲਗੋਰਿਦਮਸ ਦੀ, ਯਾਨੀ ਕਿ ਲੀਕੀ ਬਕਟ ਐਲਗੋਰਿਦਮ ਦੀ ਅਤੇ ਟੋਕਨ ਬਕਟ ਐਲਗੋਰਿਦਮ ਦੀ। ਲੀਕੀ ਬਕਟ ਐਲਗੋਰਿਦਮ ਕਿਵੇਂ ਕੰਮ ਕਰਦਾ ਅਤੇ ਟੋਕਨ ਬਕਟ ਐਲਗੋਰਿਦਮ ਕਿਵੇਂ ਕੰਮ ਕਰਦਾ ਹੈਗਾ। ਲੀਕੀ ਬਕਟ ਐਲਗੋਰਿਦਮ ਦੀ ਜੇ ਆਪਾਂ ਗੱਲ ਕਰੀਏ, ਇਟ ਇਜ਼ ਅ ਟ੍ਰੈਫਿਕ ਸ਼ੇਪਿੰਗ ਮਕੈਨਿਜ਼ਮ ਦੈਟ ਕੰਟਰੋਲ ਦਾ ਅਮਾਊਂਟ ਐਂਡ ਦਾ ਰੇਟ ਆਫ ਟ੍ਰੈਫਿਕ ਸੈਂਡ ਟੂ ਦਾ ਨੈਟਵਰਕ। A leaky bucket algorithm shapes bursty traffic into fixed rate traffic by averaging the data rate। ਹੁਣ ਅਗਰ ਆਪਾਂ ਲੀਕੀ ਬਕਟ ਦੀ ਐਲਗੋਰਿਦਮ ਦੀ ਗੱਲ ਕਰੀਏ ਤਾਂ ਇਹ ਕਾਹਦੇ ਵਾਸਤੇ ਬਣਾਈ ਗਈ ਹੈਗੀ ਹੈ, ਮਤਲਬ ਜਿੰਨਾ ਵੀ ਆਪਾਂ ਨੈਟਵਰਕ ਦੇ ਉੱਤੇ ਡਾਟਾ ਸੈਂਡ ਕਰਦੇ ਹੈਗੇ ਹਾਂ, ਟਰੈਫਿਕ ਨੂੰ ਇੱਕ ਤਰ੍ਹਾਂ ਦਾ ਕੰਟਰੋਲ ਕਰਨ ਵਾਸਤੇ ਕਹਿ ਲਓ, ਮਤਲਬ ਜਿੰਨਾ ਵੀ ਆਪਾਂ ਅਮਾਊਂਟ ਆਫ ਡਾਟਾ ਸੈਂਡ ਕਰਦੇ ਹੈਗੇ ਹਾਂ ਤਾਂ ਉਹਦੀ ਟਰੈਫਿਕ ਕ੍ਰੀਏਟ ਨਾ ਹੋਵੇ। ਹੁਣ ਲੀਕੀ ਬਕਟ ਐਲਗੋਰਿਦਮ ਦੀ ਜੇ ਆਪਾਂ ਗੱਲ ਕਰੀਏ, ਇਹਦੇ ਵਿੱਚ ਕੀ ਹੁੰਦਾ ਹੈਗਾ, ਤੁਸੀਂ ਇੱਕ ਡਾਇਗਰਾਮ ਤੁਹਾਡੇ ਸਾਹਮਣੇ ਸ਼ੋ ਹੋ ਰਹੀ ਹੈਗੀ ਹੈ, ਜਿਹਦੇ ਵਿੱਚ ਕੀ ਦਿਖਾਇਆ ਗਿਆ ਹੈਗਾ ਕਿ ਇੱਕ ਟੈਪ ਹੈ, ਟੈਪ ਦੇ ਵਿੱਚੋਂ ਵਾਟਰ ਜਿਹੜਾ ਹੈਗਾ ਫਲੋ ਕਰ ਰਿਹਾ ਹੈਗਾ, ਨੀਚੇ ਇੱਕ ਬਕਟ ਪਈ ਹੋਈ ਹੈ, ਬਕਟ ਦੇ ਵਿੱਚ ਕੀ ਹੈਗਾ, ਹੋਲ ਹੈਗਾ, ਮਤਲਬ ਬਕਟ ਜਿਹੜੀ ਹੈਗੀ ਲੀਕੀ ਹੈ, ਲੀਕ ਕਰਦੀ ਹੈਗੀ ਹੈ ਬਕਟ। ਹੁਣ ਜਿਹੜਾ ਵਾਟਰ ਹੈਗਾ ਜਦੋਂ ਬਕਟ ਦੇ ਵਿੱਚ ਜਾਏਗਾ ਤਾਂ ਬਕਟ ਕੀ ਕਰ ਰਹੀ ਹੈ, ਉਹਦੇ ਵਿੱਚ ਹੋਲ ਹੈ ਤਾਂ ਉਹ ਡਰੋਪ ਬਾਏ ਡਰੋਪ ਜਿਹੜਾ ਵਾਟਰ ਹੈਗਾ ਉਹ ਲੀਕ ਹੋਏਗਾ। ਤਾਂ ਇਹਦੇ 'ਚ ਕੀ ਦਿਖਾਇਆ ਗਿਆ ਹੈਗਾ ਕਿ ਜਿਹੜਾ ਵਾਟਰ ਉਹਦੇ ਬਕਟ ਦੇ ਅੰਦਰ ਐਂਟਰ ਕਰ ਰਿਹਾ ਹੈਗਾ, ਦੈਟ ਇਜ਼ ਇਨ ਬਸਟੀ ਫਲੋ, ਮਤਲਬ ਉਹਦਾ ਫਲੋ ਕਦੀ ਵੱਧ ਰਿਹਾ ਅਤੇ ਕਦੀ ਘਟ ਰਿਹਾ ਹੈਗਾ ਵਾਟਰ ਦਾ। ਬਟ ਨੀਚੇ ਜਦੋਂ ਉਹ ਵਾਟਰ ਲੀਕ ਹੋ ਰਿਹਾ ਹੈਗਾ, ਦੈਟ ਇਜ਼ ਇਨ ਦਾ ਫੋਰਮ ਆਫ ਫਿਕਸਡ ਫੋਰਮ ਦੇ ਵਿੱਚੋਂ ਲੀਕ ਹੋ ਰਿਹਾ ਜਾਂ ਕੌਂਸਟੈਂਟ ਫੋਰਮ ਦੇ ਵਿੱਚ ਲੀਕ ਹੋ ਰਿਹਾ ਹੈਗਾ, ਮਤਲਬ ਜਿੰਨੀ ਕੁ ਹੋਲ ਹੈਗੀ ਹੈ ਉਹਦੇ ਅਕੋਰਡਿੰਗ ਹੀ ਵਾਟਰ ਡਰੋਪ ਬਾਏ ਡਰੋਪ ਨੀਚੇ ਲੀਕ ਹੋ ਰਿਹਾ ਹੈਗਾ। ਤਾਂ ਇਹਦੇ ਵਿੱਚ ਕੀ ਹੈਗਾ ਕਿ ਅਗਰ ਇਹ ਬਕਟ ਫੁੱਲ ਆਫ ਵਾਟਰ ਹੋ ਜਾਂਦੀ ਹੈਗੀ ਹੈ, ਮਤਲਬ ਬਿਲਕੁਲ ਭਰ ਜਾਂਦੀ ਹੈਗੀ ਹੈ ਵਾਟਰ ਦੇ ਨਾਲ, ਤਾਂ ਕੀ ਹੋਊਗਾ, ਤਾਂ ਵੀ ਸਾਡਾ ਜਿਹੜਾ ਹੈਗਾ ਪਾਣੀ ਕੀ ਹੋਏਗਾ, ਡਿਸਕਾਰਡ ਹੋਏਗਾ, ਬਾਹਰ ਨਿਕਲੇਗਾ, ਓਵਰਫਲੋ ਹੋ ਜਾਏਗਾ ਅਤੇ ਪ੍ਰੋਬਲਮਸ ਕ੍ਰੀਏਟ ਹੋਣਗੀਆਂ। ਹੁਣ ਕਹਿਣ ਦਾ ਭਾਵ ਕੀ ਹੈਗਾ ਕਿ ਜਿਹੜੀ ਲੀਕੀ ਬਕਟ ਐਲਗੋਰਿਦਮ ਹੈਗੀ ਹੈ, ਇਹ ਜਿੰਨਾ ਵੀ ਵਾਟਰ ਅੰਦਰ ਐਂਟਰ ਕਰ ਰਿਹਾ ਹੈਗਾ ਉਹਨੂੰ ਇੱਕ ਫਿਕਸਡ ਫਲੋ ਦੇ ਵਿੱਚ ਅੱਗੋਂ ਕੀ ਕਰ ਰਹੀ ਹੈਗੀ ਹੈ, ਥਰੋ ਕਰ ਰਹੀ ਹੈਗੀ ਹੈ ਬਾਹਰ, ਜਿਹੜਾ ਫਿਕਸਡ ਫਲੋ ਦੇ ਵਿੱਚ ਡਾਟਾ ਸਾਡਾ ਜਾ ਰਿਹਾ ਹੈਗਾ। ਹੁਣ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਨੈਕਸਟ ਪਿਕਚਰ ਦੇ ਵਿੱਚ, ਇਹਦੇ ਵਿੱਚ ਵੀ ਸੇਮ ਡਾਇਗਰਾਮ ਦਿੱਤੀ ਹੋਈ ਹੈ, ਜਿਹਦੇ ਵਿੱਚ ਇੱਕ ਬਕਟ ਹੈ ਔਰ ਇੱਕ ਟੈਪ ਹੈ, ਟੈਪ ਦੇ ਥਰੂ ਜੋ ਪਾਣੀ ਬਾਹਰ ਜਾ ਰਿਹਾ ਹੈਗਾ ਦੈਟ ਇਜ਼ ਇਨ ਦਾ ਕੌਂਸਟੈਂਟ ਫਲੋ। ਹੁਣ ਅਗਰ ਆਪਾਂ ਇਸੇ ਐਗਜ਼ਾਮਪਲ ਦੇ ਅਕੋਰਡਿੰਗ ਸਿਸਟਮ ਨੂੰ ਸਮਝੀ ਕਿ ਸਿਸਟਮ ਦੇ ਵਿੱਚ ਕਿਵੇਂ ਡਾਟਾ ਐਂਟਰ ਕਰਦਾ ਹੈਗਾ, ਕਿਵੇਂ ਪੈਕੇਟਸ ਐਂਟਰ ਕਰਦੇ ਨੇ ਅਤੇ ਕਿਵੇਂ ਰਿਮੂਵ ਹੁੰਦੇ ਨੇ, ਇਹਦੇ ਵਿੱਚ ਦੇਖੋ ਇੱਕ ਤੁਹਾਡੇ ਕੋਲ ਹੋਸਟ ਕੰਪਿਊਟਰ ਹੈ, ਹੋਸਟ ਕੰਪਿਊਟਰ ਕੀ ਕਰ ਰਿਹਾ ਹੈਗਾ, ਪੈਕੇਟਸ ਸੈਂਡ ਕਰ ਰਿਹਾ ਹੈਗਾ। ਉਹ ਜਿਹੜਾ ਪੈਕੇਟਸ ਦਾ ਫਲੋ ਹੈਗਾ ਉਹ ਅਨਰੈਗੂਲੇਟਿਡ ਫਲੋ ਹੈ, ਮਤਲਬ ਕਦੀ ਤਾਂ 2 ਪੈਕੇਟ ਭੇਜੇ ਜਾ ਰਹੇ ਹੈਗੇ ਨੇ, ਕਦੀ 3 ਭੇਜੇ ਜਾ ਰਹੇ ਨੇ, ਕਦੀ 4 ਭੇਜੇ ਜਾ ਰਹੇ ਨੇ, ਮਤਲਬ ਇੱਕ ਰੈਗੂਲੇਟਿਡ ਫਲੋ ਦੇ ਵਿੱਚ ਪੈਕੇਟਸ ਜੋ ਹੈਗੇ ਨੇ ਉਹ ਬਕਟ ਦੇ ਵਿੱਚ ਨਹੀਂ ਜਾ ਰਹੇ ਹੈਗੇ। ਅਨਰੈਗੂਲੇਟਿਡ ਫਲੋ ਦੇ ਵਿੱਚ ਜਿੰਨੇ ਵੀ ਪੈਕੇਟਸ ਹੈਗੇ ਨੇ ਉਹ ਬਕਟ ਦੇ ਵਿੱਚ ਐਂਟਰ ਕਰ ਰਹੇ ਹੈਗੇ ਨੇ। ਹੁਣ ਜਦੋਂ ਪੈਕੇਟਸ ਜਿਹੜੇ ਹੈਗੇ ਨੇ ਬਕਟ ਦੇ ਵਿੱਚ ਐਂਟਰ ਕਰਨਗੇ
ਬਕਟ ਕੀ ਕਰੂਗੀ, ਉਹਨਾਂ ਪੈਕਟਸ ਨੂੰ ਹੋਲਡ ਕਰੂਗੀ ਅਤੇ ਜਦੋਂ ਉਹ ਬਾਹਰ ਰਿਮੂਵ ਹੋਣਗੇ, ਕਿਉਂਕਿ ਬਕਟ ਦੇ ਵਿੱਚ ਤਾਂ ਹੋਲ ਹੈ, ਜਦੋਂ ਰਿਮੂਵ ਹੋਣਗੇ ਪੈਕਟਸ ਤਾਂ ਉਹ ਕਿਹੜੇ ਵੇ ਦੇ ਵਿੱਚ ਰਿਮੂਵ ਹੋਣਗੇ, ਰੈਗੂਲੇਟਡ ਫਲੋ ਦੇ ਵਿੱਚ। ਮਤਲਬ 1 ਬਾਏ 1 ਪੈਕਟਸ ਜੋ ਹੈਗੇ ਨੇ ਉਹ ਕੀ ਹੋ ਰਹੇ ਹੈਗੇ ਨੇ, ਰੈਗੂਲੇਟਡ ਫਲੋ ਦੇ ਵਿੱਚ ਅੱਗੇ ਜਾ ਰਹੇ ਹੈਗੇ ਨੇ। ਸੋ ਇਹਦੇ ਵਿੱਚ ਕੀ ਦਿਖਾਇਆ ਗਿਆ ਹੈਗਾ ਕਿ ਲੀਕੀ ਬਕਟ ਐਲਗੋਰਿਦਮ ਜਿਹੜੀ ਹੈਗੀ ਹੈ, ਇੱਕ ਤਾਂ ਇਹ ਬਸਟੀ ਡਾਟਾ ਨੂੰ ਜੋ ਹੈਗਾ ਅਲਾਓ ਨਹੀਂ ਕਰਦੀ, ਮਤਲਬ ਇਹ ਐਲਗੋਰਿਦਮ ਜੋ ਹੈਗਾ ਡਾਟਾ ਨੂੰ ਇੱਕ ਫਿਕਸਡ ਰੇਟ ਦੇ ਵਿੱਚ ਅੱਗੇ ਭੇਜਦੀ ਹੈਗੀ ਹੈ। ਹੁਣ ਅਗਰ ਆਪਾਂ ਇਹਦੇ ਵਿੱਚ ਹੋਰ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਹੁੰਦਾ ਹੈਗਾ, ਕਹਿੰਦੇ ਵੈਨ ਦਾ ਬਕਟ ਇਜ਼ ਫੁੱਲ, ਜਦੋਂ ਲੱਗਦਾ ਹੈਗਾ ਕਿ ਫੁੱਲ ਹੈਗੀ ਹੈ ਬਕਟ, ਦੈਨ ਪੈਕਟਸ ਇਜ਼ ਡਿਸਕਾਰਡਡ, ਕਿਉਂਕਿ ਜਦੋਂ ਉਹਦੀ ਕਪੈਸਿਟੀ ਤੋਂ ਵੱਧ ਆਪਾਂ ਉਹਦੇ ਵਿੱਚ ਪੈਕਟਸ ਐਂਟਰ ਕਰਾਵਾਂਗੇ ਤਾਂ ਕੀ ਹੋਊਗਾ, ਉਹ ਪੈਕਟ ਸਾਡੇ ਕੀ ਹੋਣਗੇ, ਡਿਸਕਾਰਡ ਹੋਣਗੇ, ਕਿਉਂਕਿ ਓਵਰਫਲੋ ਹੋ ਜਾਏਗਾ ਤਾਂ ਉਹ ਪੈਕਟ ਸਾਡੇ ਡਿਸਕਾਰਡ ਹੋਣੇ ਸ਼ੁਰੂ ਹੋ ਜਾਣਗੇ। ਅਤੇ ਜਿਹੜੀ ਐਲਗੋਰਿਦਮ ਹੈਗੀ ਹੈ, ਅਗਰ ਮੰਨ ਲਓ ਕਿ ਬਕਟ ਦੇ ਵਿੱਚ ਸਪੇਸ ਹੈਗੀ ਹੈ ਤਾਂ ਕੀ ਇਸਤੇਮਾਲ ਕਰਦੀ ਹੈ, ਫੀਫੋ ਨੂੰ ਇਸਤੇਮਾਲ ਕਰ ਦਿੰਦੀ, ਯਾਨੀ ਕਿ ਕਿਊ ਦੇ ਵਿੱਚ ਅੱਗੇ ਸਾਡੇ ਪੈਕਟਸ ਚਲੇ ਜਾਂਦੇ ਨੇ ਅਤੇ 1 ਬਾਏ 1 ਅੱਗੇ ਫੀਫੋ ਵਾਲਾ ਰੂਲ ਅਪਲਾਈ ਕਰਕੇ ਫਸਟ ਇਨ ਫਸਟ ਆਊਟ ਦੀ ਅਕੋਰਡਿੰਗ ਇਹ ਅੱਗੇ ਜਾਂਦੇ ਹੈਗੇ ਨੇ ਜਿੰਨੇ ਵੀ ਪੈਕਟਸ ਹੁੰਦੇ ਹੈਗੇ ਨੇ। ਹੁਣ ਅਗਰ ਆਪਾਂ ਇਹਦੇ ਵਿੱਚ ਹੋਰ ਗੱਲ ਕਰੀਏ ਤਾਂ ਇਹਦੇ ਵਿੱਚ ਇਹ ਆਈਡਲ ਟਾਈਮ ਨੂੰ ਯੂਜ਼ ਨਹੀਂ ਕਰਦੀ ਹੈਗੀ। ਦੈਨ ਨੈਕਸਟ ਇਜ਼ ਯੂਅਰ ਟੋਕਨ ਬਕਟ ਐਲਗੋਰਿਦਮ। ਹੁਣ ਅਗਰ ਆਪਾਂ ਟੋਕਨ ਬਕਟ ਐਲਗੋਰਿਦਮ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਹੁੰਦਾ ਹੈਗਾ, ਜਿਹੜੀਆਂ ਪ੍ਰੋਬਲਮਸ ਆਪਾਂ ਨੂੰ ਲੀਕੀ ਬਕਟ ਐਲਗੋਰਿਦਮਸ ਦੇ ਵਿੱਚ ਆਈਆਂ ਸੀਗੀਆਂ, ਪਹਿਲਾਂ ਤਾਂ ਉਹਨਾਂ ਨੂੰ ਰਿਮੂਵ ਕੀਤਾ ਗਿਆ ਹੈਗਾ ਟੋਕਨ ਬਕਟ ਐਲਗੋਰਿਦਮ ਦੇ ਵਿੱਚ। ਜਿਵੇਂ ਕਿ ਲੀਕੀ ਬਕਟ ਐਲਗੋਰਿਦਮ ਜਿਹੜੀ ਸੀਗੀ ਉਹ ਬਸਟੀ ਡਾਟਾ ਨਾਲ ਡੀਲ ਨਹੀਂ ਸੀ ਕਰਦੀ, ਬਟ ਟੋਕਨ ਬਕਟ ਐਲਗੋਰਿਦਮ ਬਸਟੀ ਡਾਟਾ ਨਾਲ ਡੀਲ ਕਰਦੀ ਹੈਗੀ ਹੈ। ਲੀਕੀ ਬਕਟ ਐਲਗੋਰਿਦਮ ਜਿਹੜੀ ਸੀਗੀ ਉਹ ਆਈਡਲ ਟਾਈਮ, ਜਿਹੜਾ ਹੋਸਟ ਦਾ ਆਈਡਲ ਟਾਈਮ ਹੁੰਦਾ ਸੀਗਾ, ਉਹਨੂੰ ਕੰਸੀਡਰ ਨਹੀਂ ਸੀ ਕਰਦੀ ਹੈਗੀ, ਬਟ ਇਹ ਟੋਕਨ ਬਕਟ ਐਲਗੋਰਿਦਮ ਜਿਹੜੀ ਹੈਗੀ ਹੈ ਆਈਡਲ ਟਾਈਮ ਨੂੰ ਕੀ ਕਰਦੀ ਹੈਗੀ, ਕੰਸੀਡਰ ਕਰਦੀ ਹੈਗੀ ਹੈ। ਮਤਲਬ ਜਿਹੜੀ ਵੀ ਇਹ ਟੋਕਨ ਬਕਟ ਐਲਗੋਰਿਦਮ ਹੈਗੀ ਹੈ, ਇਹ ਐਲਗੋਰਿਦਮ ਅਲਾਓ ਕਰਦੀ ਹੈਗੀ ਹੈ ਬਸਟੀ ਡਾਟਾ ਨੂੰ। ਫॉर ਅ ਪੈਕਟ ਟੂ ਬੀ ਟਰਾਂਸਮਿਟਡ ਸਿਸਟਮ ਮਸਟ ਰਿਮੂਵ ਟੋਕਨ ਫਰੋਮ ਦਾ ਬਕਟ। ਜਿਵੇਂ ਜਿਵੇਂ ਹੀ ਪੈਕਟ ਟਰਾਂਸਮਿਟ ਕੀਤੇ ਜਾਂਦੇ ਹੈਗੇ ਨੇ ਤਿਵੇਂ ਤਿਵੇਂ ਹੀ ਸਿਸਟਮ ਕੀ ਕਰਦਾ ਹੈਗਾ, ਟੋਕਨਸ ਨੂੰ ਬਕਟ ਦੇ ਵਿੱਚੋਂ ਰਿਮੂਵ ਕਰਦਾ ਹੈਗਾ। ਹੁਣ ਆ ਤੁਹਾਡੇ ਕੋਲ ਇੱਕ ਡਾਇਗਰਾਮ ਸ਼ੋ ਹੋ ਰਹੀ ਹੈ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਾਂ ਇੱਕ ਇੱਕ ਟੋਕਨ ਐਡ ਕੀਤਾ ਹੋਇਆ ਹੈ, ਨਾਲ ਦੀ ਨਾਲ ਹੀ ਉਹ ਇੱਕ ਇੱਕ ਟੋਕਨ ਕੀ ਹੋ ਰਿਹਾ, ਰਿਮੂਵ ਹੋ ਰਿਹਾ ਅਤੇ ਡਿਸਕਾਰਡ ਹੋ ਰਿਹਾ ਹੈਗਾ। ਇਹਦੇ ਵਿੱਚ ਕੀ ਹੈਗਾ, ਮਤਲਬ ਇਹਦੇ ਵਿੱਚ 1 ਬਾਏ 1 ਟੋਕਨ ਐਂਟਰ ਹੋ ਰਿਹਾ ਹੈਗਾ ਇਸ ਬਕਟ ਦੇ ਵਿੱਚ ਅਤੇ 1 ਬਾਏ 1 ਹੀ ਉਹ ਟੋਕਨ ਕੀ ਹੋ ਰਿਹਾ, ਰਿਮੂਵ ਹੋ ਰਿਹਾ, ਡਿਸਕਾਰਡ ਹੋ ਰਿਹਾ। ਅਗਰ ਆਪਾਂ ਇੱਕ ਐਗਜ਼ਾਮਪਲ ਦੀ ਗੱਲ ਕਰੀਏ ਤਾਂ ਇੱਕ ਇਸ ਐਗਜ਼ਾਮਪਲ ਮੈਂ ਤੁਹਾਨੂੰ ਦੇਣ ਲੱਗੀ ਹਾਂ ਜਿਹਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਇਹਦੇ ਬਾਰੇ ਵੀ ਕਿੱਦਾਂ ਇਹ ਸਿਸਟਮ ਕੰਮ ਕਰ ਰਿਹਾ ਹੈਗਾ। ਇਫ ਦਾ ਸਿਸਟਮ ਜਨਰੇਟ 100 ਟੋਕਨਸ ਇਨ 1 ਕਲੌਕ ਟਿਕ ਐਂਡ ਦਾ ਹੋਸਟ ਇਜ਼ ਆਈਡਲ ਫॉर 100 ਟਿਕਸ, ਦਾ ਬਕਟ ਵਿਲ ਕੰਟੇਨ 10,000 ਟੋਕਨਸ। ਕਹਿੰਦੇ ਇਹਦੇ ਵਿੱਚ ਕੀ ਹੈਗਾ, ਅਗਰ ਹੋਸਟ ਦੇਖੋ ਆਈਡਲ ਹੋਸਟ ਨੂੰ ਨਹੀਂ ਨਾ ਛੱਡ ਰਹੀ ਹੈਗੀ ਤਾਂ ਕੀ ਹੋ ਰਿਹਾ ਹੈਗਾ ਕਿ ਜਦੋਂ ਹੋਸਟ ਆਈਡਲ ਨਹੀਂ ਹੋ ਰਿਹਾ ਰਹਿ ਰਿਹਾ ਹੈਗਾ ਤਾਂ ਬਕਟ ਦੇ ਵਿੱਚ ਦੇਖੋ 10,000 ਟੋਕਨਸ ਜਿਹੜੇ ਹੈਗੇ ਨੇ ਉਹ ਐਡ ਕੀਤੇ ਜਾ ਸਕਦੇ ਨੇ। Now if the host wants to send busty data, it can consume all the 10,000 tokens at once for sending 10,000 cells or bytes। ਤਾਂ ਹੋਸਟ ਕੀ ਕਰੂਗਾ, ਉਹਨਾਂ ਜਿਹੜੇ ਟੋਕਨਸ ਹੈ ਉਹਨਾਂ ਨੂੰ ਅੱਗੇ ਯੂਜ਼ ਵੀ ਕਰ ਲਏਗਾ। ਹੁਣ ਅਗਰ ਆਪਾਂ ਗੱਲ ਕਰੀਏ ਟੋਕਨ ਬਕਟ ਐਲਗੋਰਿਦਮ ਦੀ ਇੰਪਲੀਮੈਂਟੇਸ਼ਨ ਦੀ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਹੋ ਸਟਾਰਟਿੰਗ ਦੇ ਵਿੱਚ ਕੀ ਹੁੰਦਾ ਹੈਗਾ, ਇਹਦੀ ਇਨੀਸ਼ੀਅਲਾਈਜੇਸ਼ਨ 0 ਤੋਂ ਸਟਾਰਟ ਹੁੰਦੀ ਹੈਗੀ ਹੈ, ਮਤਲਬ ਪਹਿਲਾਂ ਤਾਂ ਬਕਟ ਦੇ ਵਿੱਚ ਕੋਈ ਵੀ ਟੋਕਨ ਨਹੀਂ ਨਾ ਹੁੰਦਾ, 0 ਤੋਂ ਸਟਾਰਟ ਹੁੰਦੀ ਹੈ। ਤਾਂ ਕਾਊਂਟਰ ਇਜ਼ ਇਨਕਰੀਮੈਂਟਡ ਬਾਏ 1 ਈਚ ਟਾਈਮ ਅ ਟੋਕਨ ਇਜ਼ ਜਨਰੇਟਡ। 1 ਬਾਏ 1 ਕੀ ਕਰ ਰਹੇ ਆਪਾਂ, ਇਹਨੂੰ ਇਨਕਰੀਮੈਂਟ ਕਰ ਰਹੇ ਹਾਂ, ਮਤਲਬ ਟੋਕਨ ਕੀ ਕਰ ਰਹੇ ਹੈਗੇ ਉਹਦੇ ਵਿੱਚ ਐਡ ਕਰ ਰਹੇ ਹੈਗੇ ਆ। ਵੈਨ ਐਵਰ ਪੈਕਟ ਇਜ਼ ਸੈਂਟ ਕਾਊਂਟਰ ਇਜ਼ ਡਿਕਰੀਮੈਂਟਡ ਬਾਏ 1। ਜਿਵੇਂ ਹੀ ਪੈਕਟ ਸੈਂਡ ਕੀਤਾ ਨਾਲ ਦੀ ਨਾਲ ਕੀ ਹੋ ਰਿਹਾ ਹੈਗਾ, ਉਹਦੇ ਡਿਕਰੀਮੈਂਟ ਹੋ ਰਿਹਾ, ਮਤਲਬ ਘਟ ਰਿਹਾ ਹੈਗਾ। ਕਿਉਂ, ਤੁਹਾਨੂੰ ਦੱਸਿਆ ਸੀਗਾ ਕਿ 1 ਟੋਕਨ ਇਜ਼ ਐਡਿਡ ਐਂਡ 1 ਟੋਕਨ ਇਜ਼ ਰਿਮੂਵਡ। ਇੱਕ ਟੋਕਨ ਐਂਟਰ ਹੋ ਰਿਹਾ ਅਤੇ ਇੱਕ ਟੋਕਨ ਹੀ ਕੀ ਹੋ ਰਿਹਾ ਹੈਗਾ, ਰਿਮੂਵ ਹੋ ਰਿਹਾ ਹੈਗਾ। ਵੈਨ ਕਾਊਂਟਰਸ ਬਿਕਮ 0 ਨੋ ਪੈਕਟਸ ਕੈਨ ਬੀ ਸੈਂਡ। ਜਦੋਂ ਇਹਦੀ ਵੈਲਿਊ 0 ਹੋ ਜਾਏਗੀ ਤਾਂ ਕੋਈ ਵੀ ਪੈਕਟ ਇਹਦੇ ਵਿੱਚ ਸੈਂਡ ਨਹੀਂ ਕੀਤਾ ਜਾਏਗਾ। ਅਗਰ ਆਪਾਂ ਇੱਕ ਹੋਰ ਐਗਜ਼ਾਮਪਲ ਦੀ ਗੱਲ ਕਰੀਏ ਤਾਂ ਸਪੋਜ਼ ਕਰੋ ਕਿ ਆਪਣੇ ਕੋਲ ਹੋਸਟ ਕੰਪਿਊਟਰ ਹੈ, ਹੋਸਟ ਕੰਪਿਊਟਰ ਕੀ ਸੈਂਡ ਕਰ ਰਿਹਾ ਹੈਗਾ ਬਕਟ ਦੇ ਵਿੱਚ, ਪੈਕਟਸ ਨੂੰ ਸੈਂਡ ਕਰ ਰਿਹਾ ਹੈਗਾ। ਜਿਹੜੀ ਬਕਟ ਹੈ ਉਹਨੇ ਆਲਰੇਡੀ ਕੁਛ ਟੋਕਨਸ ਜਿਹੜੇ ਹੈਗੇ ਨੇ ਉਹ ਹੋਲਡ ਕੀਤੇ ਹੋਏ ਨੇ। ਸਪੋਜ਼ ਕਰੋ ਆਪਣੇ ਕੋਲ ਉਸ ਬਕਟ ਨੇ 6 ਟੋਕਨਸ ਨੂੰ ਹੋਲਡ ਕੀਤਾ ਹੋਇਆ ਅਤੇ ਜਿਹੜਾ ਹੋਸਟ ਕੰਪਿਊਟਰ ਹੈਗਾ ਉਹਨੇ ਅੱਗੋਂ ਆਪਾਂ ਨੂੰ 8 ਪੈਕਟਸ ਹੋਰ ਸੈਂਡ ਕੀਤੇ, ਮਤਲਬ ਹੋਰ ਸੈਂਡ ਕਰ ਰਹੀ ਹੈਗੀ ਹੈ।
ਤਾਂ ਕੀ ਹੋਏਗਾ, ਤਾਂ ਜਿਹੜੇ ਉਹ ਪੈਕਟਸ ਉਹ ਸੈਂਡ ਕਰ ਰਹੀ ਹੈ ਉਹਨਾਂ ਨੂੰ ਵੇਟ ਕਰਨਾ ਪਊਗਾ ਕੁਛ ਟਾਈਮ ਦੇ ਲਈ, ਕਿਉਂਕਿ ਜਿਹੜੀ ਬਕਟ ਹੈ ਉਹਦੇ ਵਿੱਚ ਤਾਂ ਆਲਰੇਡੀ ਜਿਹੜੇ ਹੈਗੇ ਨੇ ਟੋਕਨਸ ਪਏ ਹੋਏ ਹੈਗੇ ਨੇ। ਦੈਨ ਉਸ ਤੋਂ ਬਾਅਦ ਕੀ ਹੋਏਗਾ, ਉਹ ਜਿਵੇਂ ਹੀ ਉਹ ਟੋਕਨਸ ਅੱਗੇ ਚਲੇ ਜਾਣਗੇ ਦੈਨ ਨੈਕਸਟ ਟੋਕਨ ਇਜ਼ ਐਂਟਰਡ ਇਨਟੂ ਦਾ ਬਕਟ। ਹੁਣ ਅਗਰ ਆਪਾਂ ਇਹਦੀ ਡਿਫਰੈਂਸ ਦੀ ਗੱਲ ਕਰੀਏ ਟੋਕਨ ਬਕਟ ਐਲਗੋਰਿਦਮ ਅਤੇ ਲੀਕੀ ਬਕਟ ਐਲਗੋਰਿਦਮ ਦੀ, ਦੈਨ ਲੀਕੀ ਬਕਟ ਐਲਗੋਰਿਦਮ ਦੇ ਵਿੱਚ ਤੁਸੀਂ ਦੇਖਿਆ ਸੀਗਾ ਕਿ ਉਹ ਬਸਟੀ ਡਾਟਾ ਨੂੰ ਅਲਾਓ ਨਹੀਂ ਸੀ ਕਰਦੀ, ਬਟ ਟੋਕਨ ਬਕਟ ਐਲਗੋਰਿਦਮ ਜੋ ਹੈਗਾ ਉਹ ਬਸਟੀ ਡਾਟਾ ਨੂੰ ਅਲਾਓ ਕਰਦੀ ਹੈਗੀ। ਲੀਕੀ ਬਕਟ ਐਲਗੋਰਿਦਮ ਦੇ ਵਿੱਚ ਕੀ ਦੇਖਿਆ ਸੀਗਾ ਕਿ ਉਹਦੇ 'ਚ ਹੋਸਟ ਦਾ ਜੋ ਆਈਡਲ ਟਾਈਮ ਹੈ ਉਹਨੂੰ ਯੂਜ਼ ਨਹੀਂ ਸੀ ਕੀਤਾ ਜਾਂਦਾ, ਬਟ ਟੋਕਨ ਬਕਟ ਐਲਗੋਰਿਦਮ ਦੇ ਵਿੱਚ ਹੋਸਟ ਦਾ ਜੋ ਆਈਡਲ ਟਾਈਮ ਹੈ ਉਹਨੂੰ ਵੀ ਯੂਜ਼ ਕੀਤਾ ਜਾਂਦਾ। ਥੈਂਕਸ ਅ ਲੋਟ ਫॉर ਵਾਚਿੰਗ ਦਿਸ ਵੀਡੀਓ।